सत श्री अकाल जी। मैं हरकिरत सिंह बल तुहाडा सारिਆਂ ਦਾ स्वागत करदा। तुसीं वेख रहे हो पंजाबनामा। पंजाबनामे दे विच जिहड़ी अज साडी विशेष गलबात दा मुख मुद्दा रहेगा वो है महिला किसान दिवस। जिवें कि सारिਆਂ ਨੂੰ पता है कि भारतीय संयुक्त मोर्चे ਵੱਲੋਂ ਜਿਹੜੇ प्रोग्राम उलीके गए सी ਉਹਦੇ ਵਿੱਚ एक अहम प्रोग्राम सी ਜਿਹੜਾ 18 जनवरी ਦਾ ਅੱਜ ਦੇ ਦਿਨ ਦਾ ਜਿਹੜਾ प्रोग्राम सी ਉਹ ਸੀ राष्ट्रीय पद्धर ਦੇ ਉੱਪਰ किसान महिला दिवस मनाउणा। किसान महिला दिवस मनाउंदिਆਂ ਹੋਇਆਂ ਜਿਵੇਂ कि ਸਾਰਿਆਂ ਨੂੰ पता है कि राष्ट्रीय पद्धर ਤੇ ਇਹ दिवस मनाया जा रहा है। इस दिवस ਦੇ ਵਿੱਚ ਔਰਤਾਂ ਕਿਵੇਂ ਭੂਮਿਕਾ ਨਿਭਾ ਰਹੀਆਂ ਨੇ, ਸਾਡੇ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਸਤਿਕਾਰਯੋਗ ਪੱਤਰਕਾਰ ਬਲਵਿੰਦਰ ਜੰਮੂ ਜੀ ਅਤੇ ਨੇਹਾ ਸ਼ੁਕਲਾ ਜੀ। ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਜੰਮੂ ਜੀ, ਅਸੀਂ ਪਹਿਲਾਂ ਤੁਹਾਡੇ ਕੋਲੋਂ ਪੁੱਛਦੇ ਹਾਂ ਜਿਵੇਂ ਕਿ ਇੱਕ ਉਸਾਰੂ ਤੇ ਸੁਚਾਰੂ ਢੰਗ ਦੇ ਨਾਲ ਇੱਕ ਜਿਹੜਾ ਪ੍ਰੋਗਰਾਮ ਸਟੈਪ ਬਾਏ ਸਟੈਪ ਉਲੀਕਿਆ ਗਿਆ ਹੈ ਉਹਦੇ ਵਿੱਚ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਦੇ ਵਿੱਚ ਔਰਤਾਂ ਨੂੰ ਬਰਾਬਰੀ ਦਾ ਜਿਹੜਾ ਜੋ ਸਮਝਿਆ ਜਾਂਦਾ ਹੈ ਕਿ ਬਰਾਬਰ ਉਹਨਾਂ ਨੂੰ ਰੱਖਿਆ ਗਿਆ ਹੈ इस अंदोलन ਦੇ ਵਿੱਚ ਕਿਵੇਂ ਵੇਖਦੇ ਹੋ ਅੱਜ ਦਾ ਜਿਹੜਾ ਹੈ? ਕਿਉਂਕਿ ਇੱਕ ਵੱਡੀ ਗੱਲ ਇਹ ਵੀ ਹੈ ਜੰਮੂ ਜੀ, ਜਿਹੜੀ ਵਰਕਰ ਆਂਗਨਵਾੜੀ ਵਰਕਰਾਂ ਵੱਡੇ ਰੂਪ ਦੇ ਵਿੱਚ ਅੱਜ ਜਿਹੜਾ ਦਿੱਲੀ ਆ ਉੱਥੇ ਅੰਦੋਲਨ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ ਤੇ ਇੱਕ ਵੱਡੀ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਜਿਹੜੀ ਸਟੇਜ ਹੈ ਕਿਸਾਨਾਂ ਦੀ ਉਹ ਅੱਜ ਉਹਦਾ ਸੰਚਾਲਨ ਔਰਤਾਂ ਕਰ ਰਹੀਆਂ ਨੇ। ਜੰਮੂ ਜੀ ਕਿਵੇਂ ਵੇਖਦੇ ਹੋ? ਦੇਖੋ ਜੀ, ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਬਹੁਤ ਅਹਿਮ ਤੇ ਵੱਡਾ ਕਦਮ ਚੁੱਕਿਆ ਜਿਹਦੇ ਵਿੱਚ 50% ਜਿਹੜਾ ਭਾਈਚਾਰਾ ਉਹਨੂੰ ਮਾਨਤਾ ਦਿੱਤੀ ਗਈ ਹੈ। ਜੇ ਇਸ ਅੰਦੋਲਨ ਨੇ ਸਫਲ ਹੋਣਾ, ਇਸ ਔਰਤ ਦੇ ਵਿੱਚ ਜਿੰਨੀਆਂ ਜ਼ਿਆਦਾ ਔਰਤਾਂ ਸ਼ਾਮਲ ਹੋਣਗੀਆਂ ਉਨਾ ਹੀ ਇਹ ਅੰਦੋਲਨ ਜਿਹੜਾ ਜਲਦੀ ਸਫਲ ਹੋਏਗਾ। ਸਫਲਤਾ ਦਾ ਕੰਮ ਹੈ ਜਿਹੜੇ ਮਾਮਲੇ ਦੀ ਔਰਤਾਂ ਨੂੰ ਸਮਝ ਪੈਗੀ ਤੇ ਉਹਦਾ ਪ੍ਰਚਾਰ ਤੇ ਪ੍ਰਸਾਰ ਕਿਸੇ ਵੀ ਹੋਰ ਗੱਲ ਨਾਲੋਂ ਜ਼ਿਆਦਾ ਹੋਏਗਾ। ਇਹ ਨਹੀਂ ਵੀ ਇਸ ਮੋਰਚੇ 'ਚ ਪਹਿਲਾਂ ਔਰਤਾਂ ਸ਼ਾਮਲ ਨਹੀਂ, ਕਾਫੀ ਗਿਣਤੀ ਦੇ ਵਿੱਚ ਟਿਕਰੀ ਬਾਰਡਰ 'ਤੇ ਵੀ ਹੈਗੀਆਂ, ਜਿਹੜਾ ਸਿੰਧੂ ਬਾਰਡਰ ਇਹਦੇ 'ਤੇ ਵੀ ਹੈਗੀਆਂ, ਮਤਲਬ ਕਾਫੀ ਸ਼ਾਮਲ ਸੀ। ਪਰ ਇਹ ਵਿਸ਼ੇਸ਼ ਤੌਰ 'ਤੇ ਇੱਕ ਦਿਨ ਰੱਖ ਕੇ ਮਨਾਉਣਾ ਇਹ ਇੱਕ ਆਪਣੇ ਆਪ 'ਚ ਹੀ ਵੱਡੀ ਗੱਲ ਸੀਗੀ ਅਤੇ ਇਸ ਗੱਲ ਨੂੰ ਕਿ ਅਸੀਂ ਆਪਣਾ ਜਿਹੜਾ 50% ਹਿੱਸਾ ਉਹਨੂੰ ਰਿਕੋਗਨਾਈਜ਼ ਕਰਦੇ ਹਾਂ ਅਤੇ ਉਹ ਰਿਕੋਗਨਾਈਜ਼ ਕਰਨ ਦੇ ਨਾਲ ਜਦੋਂ ਵੀ ਇਹ ਮੋਰਚੇ ਨੂੰ ਤੋੜਨ ਦੀਆਂ ਭੰਨਣ ਦੀਆਂ ਕੋਸ਼ਿਸ਼ਾਂ ਚੱਲਣਗੀਆਂ ਤਾਂ ਉਹਨੂੰ ਜਿਹੜੀਆਂ ਔਰਤਾਂ ਨੇ, ਜਿਹੜੀਆਂ ਸਾਡੀਆਂ ਭੈਣਾਂ ਨੇ, ਮਾਵਾਂ ਨੇ, ਧੀਆਂ ਨੇ, ਮਤਲਬ ਪਤਨੀਆਂ, ਸਾਰਾ ਮਤਲਬ ਜਿਹੜਾ ਇਹ ਟੋਟਲ ਨੂੰ ਇਕੱਠਾ ਕਰਨਾ, ਮਤਲਬ ਇਹ ਬਹੁਤ ਵੱਡੀ ਇੱਕ ਇਸ ਮੋਰਚੇ ਦੀ ਸਫਲਤਾ ਦੀ ਕੜੀ ਹੋ ਨਿਬੜੇਗਾ। ਅਤੇ ਇਹਦੇ ਨਾਲ ਇਹ ਇੱਥੇ ਹੀ ਨਹੀਂ, ਕੇਵਲ ਬਾਰਡਰ 'ਤੇ ਨਹੀਂ, 4 ਥਾਵਾਂ 'ਤੇ ਨਹੀਂ, ਪੂਰੇ ਪੰਜਾਬ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ, ਬਰਨਾਲੇ ਦੇ ਵਿੱਚ, ਮਤਲਬ ਸਾਰੇ ਥਾਵਾਂ ਦੇ ਉੱਪਰ ਕਿਸਾਨ ਔਰਤਾਂ ਦੇ ਅੱਜ ਵੱਖਰੇ ਇਕੱਠ ਹੋਏ। ਉਹਨਾਂ ਸਾਰਿਆਂ ਦੇ ਵਿੱਚ ਉਹਨਾਂ ਦੀ ਜਿਹੜੀ ਸਟੇਜ ਆ ਉਹ ਕਿਸਾਨ ਔਰਤਾਂ ਨੇ ਖੁਦ ਕਮਾਂਡ ਕੀਤੀ, ਭਾਸ਼ਣ ਉਹਨਾਂ ਨੇ ਖੁਦ ਕੀਤੇ। ਜਿਹੜਾ ਕੁੰਡਲੀ ਬਾਰਡਰ ਕਹਿ ਲਈਏ ਉੱਥੇ ਵੀ ਔਰਤਾਂ ਨੇ ਸਟੇਜ ਚਲਾਈ। ਦੂਜੇ ਪਾਸੇ ਵੀ ਚਾਰੇ ਥਾਵਾਂ ਦੇ ਉੱਪਰ ਔਰਤਾਂ ਨੇ ਅੱਜ ਇਹ ਦਿਖਾਇਆ ਕਿ ਉਹ ਕਿਸੇ ਮਾਮਲੇ ਦੇ ਵਿੱਚ ਵੀ ਮਰਦਾਂ ਨਾਲੋਂ ਘੱਟ ਨਹੀਂ ਗਈਆਂ ਜੀ। ਠੀਕ ਹੈ, ਮੋਟੇ ਤੌਰ 'ਤੇ ਜਿਹੜੀ ਹੈ ਮੇਰਾ ਖਿਆਲ ਜਿਹੜੀ ਕਮੇਟੀ ਵੀ ਹੈ ਉਹਦੇ 'ਚ ਵੀ ਕੋਈ ਔਰਤ ਨਹੀਂ, ਪਰ ਜਿਹੜੀਆਂ ਔਰਤਾਂ ਉਹਨਾਂ ਨੇ ਜਿਸ ਢੰਗ ਨਾਲ, ਮੈਂ ਕਈ ਔਰਤਾਂ ਨੂੰ ਸੁਣਿਆ ਅੱਜ ਉਹਨਾਂ ਦੇ ਭਾਸ਼ਣ ਸੁਣੇ, ਬਹੁਤ ਹੀ ਉਹਨਾਂ ਨੇ ਜਿਹੜੇ ਇਸ਼ੂ ਹੈ, ਜਿਹੜੇ ਮੁੱਦੇ ਨੇ, ਤਿੰਨੇ ਕਾਲੇ ਕਾਨੂੰਨ, ਉਹ ਤੋਂ ਇਲਾਵਾ ਕੀ ਹੈ, ਇੱਕ ਔਰਤ ਨੇ ਤਾਂ ਇਹ ਵੀ ਕਿਹਾ ਵੀ ਸਾਡੀ ਜਿਹੜੀ ਗਿਣਤੀ ਹੈ ਜਿਹੜੀ ਆ ਮਰਦਾਂ ਦੇ ਮੁਕਾਬਲੇ ਵੱਧ ਬਣਦੀ ਹੈ। ਵੈਸੇ ਵੀ ਇਹ ਫੈਕਟ ਹੈ। ਅਸੀਂ ਜਦੋਂ ਦੇ ਦੇਖਦੇ ਹਾਂ ਖੇਤੀ, ਮੈਂ ਖੁਦ ਖੇਤੀ ਕਰਦਾ ਰਿਹਾ ਕਿਸੇ ਜ਼ਮਾਨੇ ਦੇ ਵਿੱਚ, ਉਹਦੇ ਵਿੱਚ ਜਿਹੜੇ ਕਣਕ ਦੀ ਕਟਾਈ ਕਰਨੀ ਹੈ ਉਹਦੇ ਵਿੱਚ ਔਰਤਾਂ ਅੱਗੇ ਹੁੰਦੀਆਂ ਸੀਗੀਆਂ, ਖੇਤ ਮਜ਼ਦੂਰ ਔਰਤਾਂ ਕੰਮ ਕਰਦੀਆਂ ਸੀ, ਝੋਨੇ ਦੀ ਲਵਾਈ ਦੇ ਵਿੱਚ ਹੁੰਦੀਆਂ ਸੀ, ਗੁਡਾਈ ਦੇ ਵਿੱਚ, ਮਟਰ ਤੋੜਨੇ ਆ, ਕਪਾਹ ਚੁਗਣੀ ਆ, ਇਹ ਸਾਰੇ ਮਾਮਲਿਆਂ ਦੇ ਵਿੱਚ ਔਰਤਾਂ ਬੰਦਿਆਂ ਦੇ ਮੁਕਾਬਲੇ ਜ਼ਿਆਦਾ ਹੁੰਦੀਆਂ। ਖੇਤ ਨੂੰ ਵਾਹੁਣਾ ਜਾਂ ਉਹਨਾਂ ਕੰਮਾਂ ਦੇ ਵਿੱਚ ਬੰਦੇ, ਜਾਂ ਪਾਣੀ ਲਾਉਣਾ ਉਹਦੇ 'ਚ, ਪਰ ਹੁਣ ਇਸ ਮਾਮਲੇ ਦੇ ਵਿੱਚ ਵੀ ਔਰਤਾਂ ਪਿੱਛੇ ਨਹੀਂ ਗਈਆਂ। ਔਰਤਾਂ ਜਦੋਂ ਮਰਦ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਉੱਥੇ ਗਏ ਹੋਏ ਬਾਰਡਰਾਂ ਦੇ ਉੱਪਰ, ਅਤੇ ਪਿੱਛੋਂ ਜਿਹੜਾ ਘਰ ਦਾ ਕੰਮ ਕਾਜ ਹੈ ਜਾਂ ਖੇਤੀਬਾੜੀ ਦਾ ਕੰਮ ਆ ਉਹ ਔਰਤਾਂ ਬਰਾਬਰ ਦੇਖ ਰਹੀਆਂ। ਇਸ ਕਰਕੇ ਇਹ ਜਿਹੜਾ ਇਸ ਪੱਖ ਨੂੰ ਜਿਹੜਾ ਕਿਸਾਨ ਆਗੂਆਂ ਨੇ ਰਿਕੋਗਨਾਈਜ਼ ਕੀਤਾ, ਇਹ ਚੰਗੀ ਗੱਲ ਹੈ। ਇਹਦੇ ਨਾਲ ਇਸ ਮੋਰਚੇ ਨੂੰ ਹੋਰ ਬਿਹਤਰ ਬਣਾਉਣ ਦੇ ਵਿੱਚ, ਸੁਚਾਰੂ ਢੰਗ ਨਾਲ ਚਲਾਉਣ ਦੇ ਵਿੱਚ ਹੋਰ ਜਿਹੜੀ ਸਫਲਤਾ ਮਿਲੇਗੀ, ਮਜ਼ਬੂਤੀ ਮਿਲੇਗੀ। ਮੈਨੂੰ ਲੱਗਦਾ ਵੀ ਇਹ ਜਿਹੜਾ ਕਦਮ ਹੈ ਇਹ ਬਹੁਤ ਪਹਿਲਾਂ ਲੈ ਲਿਆ ਜਾਣਾ ਚਾਹੀਦਾ ਸੀ। ਠੀਕ ਆ, ਹੁਣ ਵੀ ਲੈ ਲਿਆ, ਦੇਰ ਆਏ ਦਰੁਸਤ ਆਇਦ, ਮਤਲਬ ਜਿਵੇਂ ਅਸੀਂ ਕਹਿੰਦੇ ਹਾਂ ਉਸ ਹਿਸਾਬ ਕਿਤਾਬ ਨਾਲ ਇਹ ਵਧੀਆ ਕਦਮ ਜਿਹੜਾ ਹੈ ਅਤੇ ਇਹਦੇ ਨਾਲ ਮੋਰਚੇ ਦੀ ਜਿਹੜੀ ਹੋਰ ਵੀ ਸਫਲਤਾ ਯਕੀਨੀ ਬਣੇਗੀ ਜੀ। ਨੇਹਾ ਜੀ, ਜਿਵੇਂ ਜੰਮੂ ਜੀ ਨੇ ਦੱਸਿਆ ਕਿ ਜਿਹੜੀ ਔਰਤਾਂ ਦੀ ਖੇਤੀਬਾੜੀ ਦੇ ਵਿੱਚ ਸ਼ਮੂਲੀਅਤ ਹੈ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸਾਨੂੰ ਵੇਖਣ ਨੂੰ ਮਿਲੀ ਹੈ, ਉਹ ਅੱਜ ਵੀ ਮੌਜੂਦ ਹੈ। ਜਿਵੇਂ ਕਿ ਤੁਹਾਨੂੰ ਮੈਂ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਇੱਕ ਔਰਤ ਹੋਣ ਦੇ ਨਾਤੇ ਤੁਸੀਂ ਕਿਵੇਂ ਵੇਖਦੇ ਅੱਜ ਦੇ ਦਿਵਸ ਨੂੰ?
जी हरकिरत जी, बहुत ही अच्छा लगता है जब देश में महिलाओं को मंच दिया जाता है और कहा जाता है कि आप हमारी अगुवाई करें। वैसे अगर महिलाओं की अगुवाई देश की बात की जाए तो अब तक निराशाजनक ही रहा है। जैसे जम्मू जी ने कहा कि औरतें खेतों में ज़्यादा काम करती, उनकी तादाद ज़्यादा होती है, लेकिन देश का जो परंपरागत तरीका रहा है खेती का कि औरतों की जो लेबर फोर्स है वो ज़्यादा रहती है, लेकिन उनको मेहनताना बहुत कम दिया जाता है और उनको मालिकाना हक भी बहुत कम मिलता है। तो एक महिला होने के नाते तो मुझे इस बात का दुख हमेशा से ही रहा है, लेकिन आज अच्छा दिन मैं इसलिए मानूंगी क्योंकि देश की जो राजधानी है दिल्ली और वहाँ की सीमा पर जो आंदोलन हो रहा है, जो कि सिर्फ देश का ही नहीं बल्कि पूरी दुनिया का जो ध्यान है वो आकर्षित कर रहा है, और ऐसे में महिलाओं को मंच दिया गया है कि आज आपका दिन है और आप की बात हम सुनेंगे। और महिलाओं ने भी ये साबित कर दिया है कि अगर आपने हमें मंच दिया है और अगुवाई करने का जो रोल आप हमें दे रहे हैं उसमें हम आपको निराश नहीं करेंगे। आप हमें मौका दीजिए और हम आपको बेहतर ही नहीं बल्कि सबसे बेस्ट, सर्वश्रेष्ठ करके दिखाएंगे। हरकिरत जी, तो आज वाकई एक अच्छा दिन है, उत्सव सा दिन लग रहा है जी। जम्मू जी, जिवें वेख्या जा सकदा अंदोलन जदों तो शुरू होया, किसान ਬਾਰਡਰਾਂ ਤੇ ਸਰਹੱਦਾਂ ਤੇ ਦਿੱਲੀ ਦੇ ਬੈਠੇ ਨੇ, ਜਿਹੜਾ ਪਿੱਛੇ ਘਰ-ਬਾਰ ਸਾਂਭਣਾ ਉਹਦੀ ਵਿੱਚ ਬਹੁਤ ਅਹਿਮ ਭੂਮਿਕਾ ਔਰਤਾਂ ਨੇ ਨਿਭਾਈ ਆ, ਕਿਉਂਕਿ ਪਰਿਵਾਰ ਦੇ ਵਿੱਚ ਪਿੱਛੇ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਆ, ਆਪਾਂ ਜੇ ਵੇਖੀਏ ਇੱਕ ਦਿਨ ਵੀ ਆਪਾਂ 2 ਦਿਨ ਰਿਸ਼ਤੇਦਾਰੀ 'ਚ ਨਹੀਂ ਰਹਿ ਸਕਦੇ ਜ਼ਿਆਦਾ ਤੋਂ ਜ਼ਿਆਦਾ, ਕਿਉਂਕਿ ਘਰ ਦੇ ਵਿੱਚ ਮੁਖੀ ਦੇ ਉੱਪਰ ਜ਼ਿਆਦਾ ਜ਼ਿੰਮੇਵਾਰੀ ਹੁੰਦੀ ਆ। ਪਰ ਔਰਤਾਂ ਦਾ ਹੌਸਲਾ ਦੇਖੋ ਜੀ, ਉਹਨਾਂ ਨੇ ਆਪਣੇ ਜਿਹੜੇ ਘਰ ਦੇ ਮੁਖੀ ਆ ਉਹਨਾਂ ਨੂੰ ਕਿਹਾ ਤੁਸੀਂ ਸਾਂਭੋ ਦਿੱਲੀ ਦੇ ਉੱਪਰ ਜਿਹੜੀ ਤੁਹਾਡੀ ਜ਼ਿੰਮੇਵਾਰੀ ਆ। ਤੁਸੀਂ ਅਹਿਮ ਭੂਮਿਕਾ ਜਿਹੜੀ ਔਰਤਾਂ ਨਿਭਾ ਰਹੀਆਂ ਕਿਹੜੇ ਰੂਪ ਵਿੱਚ ਵੇਖ ਰਹੇ ਆ ਉਹਨਾਂ ਨੂੰ ਜੀ? ਦੇਖੋ, ਭਾਵੇਂ ਕਿਸਾਨ ਜਿਹੜੇ ਵੱਡੀ ਗਿਣਤੀ ਦੇ ਵਿੱਚ ਦਿੱਲੀ ਬਾਰਡਰਾਂ ਤੇ ਬੈਠੇ ਨੇ ਜੀ, ਪਰ ਪੰਜਾਬ ਦੇ ਅੰਦਰ ਵੀ, ਹਰਿਆਣੇ ਦੇ ਅੰਦਰ ਵੀ ਬਰਾਬਰ ਅੰਦੋਲਨ ਜਿਹੜਾ ਪਿੱਛੇ ਵੀ ਚੱਲ ਰਿਹਾ ਜੀ। ਜਿੰਨੇ ਪੰਜਾਬ ਦੇ ਵਿੱਚ ਜਿਹੜੇ ਟੋਲ ਟੈਕਸ ਨੇ, ਹਾਂਜੀ, ਪੰਜਾਬ ਦੇ ਵਿੱਚ ਜਿਹੜੇ ਧਰਨੇ ਨੇ ਵੱਖ-ਵੱਖ ਥਾਵਾਂ ਦੇ ਉੱਪਰ ਲੱਗੇ, ਉਹਨਾਂ ਦੇ ਵਿੱਚ ਬਹੁਤ ਸਾਰੇ ਧਰਨਿਆਂ ਦੇ ਵਿੱਚ ਅੱਜ ਵੀ ਔਰਤਾਂ ਸ਼ਾਮਲ ਹੁੰਦੀਆਂ ਨੇ। ਉਹ 4 ਜਾਂ 5 ਘੰਟੇ ਉੱਥੇ ਧਰਨੇ ਦੇ ਵਿੱਚ ਸ਼ਾਮਲ ਹੁੰਦੀਆਂ ਨੇ, ਉਹ ਤੋਂ ਬਾਅਦ ਉਹ ਘਰ ਦੇ ਖੇਤੀ ਦੇ ਕੰਮ ਵੀ ਦੇਖਦੀਆਂ ਨੇ। ਹਾਂਜੀ, ਉਹ ਬਦਲ ਕੇ ਵੀ ਉੱਥੇ ਜਾਂਦੀਆਂ ਨੇ। ਕੁਝ ਔਰਤਾਂ ਅੱਜ ਚੱਲ ਗਈਆਂ, ਕੁਝ ਅਗਲੇ ਦਿਨ ਚੱਲ ਗਈਆਂ। ਮਤਲਬ ਇਹਦੇ ਨਾਲ ਸਾਡੇ ਸਮਾਜ ਦੇ ਵਿੱਚ ਇੱਕ ਨਵੀਂ ਕਿਸਮ ਦੀ ਤਬਦੀਲੀ ਜਿਹੜੀ ਆ ਉਹ ਦੇਖਣ ਨੂੰ ਮਿਲੇਗੀ ਆਉਣ ਵਾਲੇ ਦਿਨਾਂ ਦੇ ਵਿੱਚ। ਪਿੰਡਾਂ ਦੇ ਵਿੱਚ ਮੇਰਾ ਖਿਆਲ ਝਗੜੇ ਜਿਹੜੇ ਆ ਉਹ ਕਾਫੀ ਘਟ ਗਏ ਨੇ, ਬਹੁਤ ਪਿਛਲੇ ਸਮੇਂ ਦੇ ਵਿੱਚ ਬਹੁਤ ਘਟੇ ਨੇ। ਤੇ ਜਿਹੜੇ ਲੋਕ ਉੱਥੇ ਦਿੱਲੀ ਦੇ ਬਾਰਡਰ ਤੇ ਗਏ ਨੇ, ਜਿਹੜੇ ਬਹੁਤ ਰਵਾਇਤੀ ਵਿਰੋਧੀ ਸੀਗੇ, ਉਹ ਵੀ ਨੇੜੇ ਆ ਗਏ ਆ। ਉਹਨਾਂ ਦੇ ਵਿੱਚ ਵੀ ਇਸ ਤਰੀਕੇ ਦੀ ਏਕਤਾ ਜਿਹੜੀ ਆ ਦੇਖਣ ਨੂੰ ਮਿਲਦੀ ਹੈ। इस अंदोलन ने बहुत कुछ वखरा पेश किया जी, वखरा, क्योंकि जम्मू जी ने कहा है, हरकिरत मैं समय लेना चाहूंगी यहाँ पर, क्योंकि जम्मू जी कह रहे हैं जिस तरह से एक वखरी चीज नजर आ रही है, तो ये वाकई में एक अलग ही चीज अब हुई है कि अब जो किसान, महिला किसान हैं, उनको प्राथमिकता, प्रमुखता दी जा रही है। और मुझे लगता है कि ये मंच है महिला किसानों की, जो अब तक एक अनदेखी सी होती आई है देश में, वो अब ये मसला अब इस मंच के जरिए अब उठा है। और मुझे उम्मीद ये लग रही है कि अब, क्योंकि मैं ध्यान ले जाना चाहूँगी 2011 में एक बिल आया था, इसका नाम था इसका नाम था विमेन बेटरमेंट एंटाइटलमेंट। 2011 में ये बिल आया था, लेकिन क्योंकि सरकारों का जो फोकस है वो इस बिल पर नहीं रहा और ये 2013 में लैप्स हो गया। तो अब मुझे लगता है कि ये, क्योंकि अब ये मुद्दा उठा है, तो शायद ये मुद्दा और भी आगे अटेंशन लोगों का ले और सरकार को ये लगे कि हमें ये बिल लेकर आना चाहिए, ताकि जो जेंडर इक्वालिटी है उसको हम आगे लेके जा सके। जैसे जम्मू जी ने पहले कहा कि अब महिलाएं क्योंकि आ चुकी हैं, तो इसको एक और जो मजबूती है वो मिल गई और घर घर तक बात पहुंच गई है, और घर घर तक बात पहुंची और बच्चों को पीढ़ियों से जो सिखाने की बात करती आई हैं महिलाएं, उनकी जिम्मेदारी निभाती आई हैं, तो ये अब हमारी पीढ़ियों तक ये बात पहुंचेगी। जी नेहा जी, जिवें आपां पिछे देखिया जी, जो एक ट्रैलर के रूप दे ट्रैक्टर जिहड़ी मार्च किया गया सी, उहदे विच वड्डे रूप दे विच वड्डी संख्या दे विच औरतां ने भी शमूलीयत कीती सी। तुहानूं की लग रहा कि 26 वाली जिहड़ी परेड आ रही है, किसानां वल्लों जिहड़ा प्रोग्राम उलीकिया गया, उहदे विच भी औरतां दी शमूलीयत उसी तरह ही वेखण नूं मिलेगी? जी बिल्कुल मिलनी चाहिए, क्योंकि किसान नेताओं ने जो एक भरोसा दिया था महिलाओं को, जिस पर भरोसा जताया था कि आप आइए और स्पेशल ट्रेन
ट्रेनिंग भी दी गई थी, जिनसे काफ़ी महिलाएं आगे आई थी और हर गांव से 10 महिलाओं को कहा गया था कि आप आइए और ट्रैक्टर चलाना सीखिए। कुछ महिलाएं जो पहले से ही खेतों में ट्रैक्टर चलाती थी वो तो शामिल हुई ही, खासकर ट्रेनिंग भी दी गई और महिलाओं ने विशेष तौर पर ट्रैक्टर इसीलिए चलाना सीखा कि वो इस ट्रैक्टर रैली में शामिल हो सके। तो मुझे लगता है कि इस बार भी जो किसान संगठन है जो प्रतिनिधित्व कर रहे हैं वो पूरा का पूरा दारोमदार जरूर महिला किसान जो नेता हैं या फिर जो समर्थक है उन पर जताएंगे। और देखना दिलचस्प होगा कि इस बार जो महिलाएं बड़ी से बड़ी तादाद में दिल्ली में जब पहुंचेंगी, जिसकी मुझे लग रहा है कि उम्मीद है कि दिल्ली पुलिस इसकी इजाज़त दे देगी। हालांकि सुप्रीम कोर्ट ने कहा है कि ये दिल्ली पुलिस तय करे कि वो किसको दिल्ली में आने देना चाहती है, नहीं देना चाहती है, लेकिन जब इसकी परमिशन मिल जाएगी तो मुझे लगता है कि महिलाओं को ज़रूर ये जिम्मेदारी सौंपी जाएगी। जम्मू जी जिवें वेखਣ ਨੂੰ ਮਿਲ ਰਿਹਾ ਹੈ ਜਿਹੜਾ ਔਰਤਾਂ ਦਾ ਰਾਖਵਾਂ ਕਰਨ, ਚਾਹੇ ਉਹ ਕੇਂਦਰ ਸਰਕਾਰ ਹੋਵੇ ਜਾਂ ਰਾਜ ਸਰਕਾਰ ਹੋਵੇ, ਔਰਤਾਂ ਦਾ ਜਿਹੜਾ ਰਾਖਵਾਂ ਕਰਨ ਉਹਨੂੰ ਲੈ ਕੇ ਭਾਵੇਂ ਸੁਚੇਤ ਹੁੰਦੀ ਆ, ਪਰ ਜੇ ਦੇਖਿਆ ਜਾਵੇ ਇਹ ਵਿਵਹਾਰਿਕ ਤੌਰ ਤੇ ਪ੍ਰੈਕਟੀਕਲ ਦੇ ਤੌਰ ਦੇ ਵਿੱਚ ਨਾ ਹੀ ਰਾਜਨੀਤੀ ਵਿੱਚ ਉਨੀਆਂ ਔਰਤਾਂ ਸਰਗਰਮ ਹੁੰਦੀਆਂ, ਨਾ ਹੀ ਸਮਾਜਿਕ ਜਿਹੜੇ ਹੋਰ ਅਦਾਰੇ ਆ ਉਹਨਾਂ ਵਿੱਚ ਵੇਖਣ ਨੂੰ ਮਿਲਦੀ ਆ ਔਰਤਾਂ ਦੀ ਸ਼ਮੂਲੀਅਤ। ਪਰ ਇਸ ਅੰਦੋਲਨ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ, ਕਿਵੇਂ ਵੇਖ ਰਹੇ ਹੋ ਇੱਕ ਆਪਣੇ ਆਪ ਦੇ ਵਿੱਚ ਇੱਕ ਜਨ ਚੇਤਨਾ ਜਿਹੜੀ ਆ ਰਹੀ ਹੈ? ਦੇਖੋ, ਜਦੋਂ ਅਸੀਂ ਕਹਿ ਦਿੰਦੇ ਵੀ ਔਰਤਾਂ ਅੱਗੇ ਨਹੀਂ ਆ ਰਹੀਆਂ, ਅੱਗੇ ਆਉਣ ਦੇ ਮੌਕੇ ਨਹੀਂ ਦਿੱਤੇ ਜਾਂਦੇ ਜੀ। ਔਰਤ ਤਾਂ ਅੱਗੇ ਆਵੇ ਨਾ ਜੇ ਉਹਨੂੰ ਮੌਕੇ ਮਿਲਣ। ਮਤਲਬ ਕਿਹਾ ਕੁਝ ਜਾਂਦਾ, ਕੀਤਾ ਕੁਝ ਜਾਂਦਾ। ਮਤਲਬ ਅਸੀਂ ਇਹ ਕਹਿੰਦੇ ਵੀ ਅਸੀਂ ਘਰ ਦੇ ਵਿੱਚ ਲੜਕੀ ਤੇ ਲੜਕੇ ਦੋਨਾਂ ਨੂੰ ਬਰਾਬਰ ਕਰਦੇ ਮਾਨਤਾ ਦਿੰਦੇ ਆ, ਪਰ ਪ੍ਰੈਕਟਿਸ ਦੇ ਵਿੱਚ ਕੀ ਹੋ ਰਿਹਾ? ਮਤਲਬ ਹਰ ਇੱਕ ਪਰਿਵਾਰ ਦੇ ਵਿੱਚ ਇਹ ਇੱਛਾ ਹੁੰਦੀ ਆ ਵੀ ਲੜਕੀ ਨਾ ਹੋਵੇ, ਲੜਕਾ ਹੋਵੇ ਜੀ। ਮਤਲਬ ਇਹ ਸਾਰਾ ਕੁਝ ਅਸੀਂ ਆਪਣੇ ਅੱਖਾਂ ਨਾਲ ਹੰਢਾ ਰਹੇ, ਦੇਖ ਰਹੇ ਹਾਂ ਸਾਰਾ ਕੁਝ। ਉਹਦੇ ਬਾਵਜੂਦ ਮਤਲਬ ਅਸੀਂ ਕਿੰਨੇ ਸਾਲ ਹੋ ਗਏ ਮਤਲਬ ਇਸ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਔਰਤਾਂ ਨੂੰ ਜਿਹੜਾ 33% ਦੀ ਰਾਖਵਾਂ ਕਰਨ ਦੇਣ ਦਾ ਜੀ, ਕਿੰਨੀਆਂ ਸਰਕਾਰਾਂ ਆ ਕੇ ਚਲੇ ਗਈਆਂ, ਨਹੀਂ ਉਹ ਅੱਗੇ ਵਧਿਆ ਜੀ। ਮਤਲਬ ਇਹ ਜਿਹੜਾ ਸਾਡਾ कहनी ते करनी दे विच जिहड़ा बहुत वड्डा अंतर है। एग्रीकल्चर में ही जम्मू जी जब देखा जाए तो एग्रीकल्चर में ही एक इंडियन ह्यूमन डेवलपमेंट सर्वे किया गया था 2018 में, जिसमें कहा गया था कि जो खेती की ज़मीन है उसका 83% 83% जो मालिकाना हक है वो पुरुष किसानों के पास है और सिर्फ 2% ही मालिकाना हक महिला किसानों के पास है। तो महिलाएं ज़्यादा फोर्स में खेतों में मजदूरी कर रही हैं, वो ज़्यादा मेहनत कर रही हैं, ज़्यादा तादाद में मेहनत कर रही हैं और उन्हें मेहनताना भी कम मिल रहा है और मालिकाना हक भी कम मिल रहा है। तो ये एक इकाई जो खेतों से गाँव से शुरू हो रही है उस लेवल पर ही दिखा रहा है कि महिलाओं की क्या दुर्गति है देश में जी। ਇਹ ਜਿਹੜੀ ਸਿਚੁਏਸ਼ਨ ਆ, ਜੇ ਅਸੀਂ ਇਕੱਲਾ ਔਰਤਾਂ ਦਾ ਵਿਸ਼ਾ ਡਿਸਕਸ ਕਰਾਂਗੇ ਵੀ ਕੀ ਪ੍ਰੋਬਲਮ ਨੇ, ਇਹ ਬਹੁਤ ਸਾਰੀਆਂ ਪ੍ਰੋਬਲਮ ਨੇ ਇਸ ਦੇਸ਼ ਦੇ ਵਿੱਚ ਤੇ ਹਰੇਕ ਸੂਬੇ ਦੇ ਵਿੱਚ ਆਪਣੀ ਤਰ੍ਹਾਂ ਦੀਆਂ ਪ੍ਰੋਬਲਮ ਨੇ। ਅਸੀਂ ਜਿਹੜੇ ਸਟੇਟ ਦੇ ਵਿੱਚ ਰਹਿੰਦੇ ਆ ਉੱਥੇ ਮਤਲਬ ਇਹ ਪ੍ਰੋਬਲਮ ਉਸ ਤਰੀਕੇ ਦੀਆਂ ਨੇ ਜਿੰਨੀਆਂ ਸਾਡੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਹੈਗੀਆਂ। ਜੇ ਅਸੀਂ ਇਸ ਪਾਸੇ ਵੱਲ ਨੂੰ ਤੁਰਾਂਗੇ ਅੱਜ ਦੇ ਵਿਸ਼ੇ ਦੇ ਵਿੱਚ ਤਾਂ ਅਸੀਂ ਇਸ ਗੱਲ ਤੇ ਹੀ ਜਾਣਾ ਚਾਹੁੰਦੇ ਆ कि औरतों नूं एक शमूलीयत अज हुई, किसान दिवस बनाया गया, ये एक बराबरी वाल नूं एक कदम है जी। जिहड़ा समाज जिन्ना ही अपने औरतों की कदर करेगा, रिस्पैक्ट करेगा, उन्होंने आदर मान देगा, बराबरता दे समझेगा, वो समाज उन्ना ही बेहतर उहदा विकास हो सकेगा, उहदे विच उन्नियां ही समस्यावां घट आउणगीआं। इस करके ये जिहड़ा नुक्ता है ना, ये जिहड़ी गल है, ये बुनियादी तौर ते समाज दे विच प्रचारण वाली आ, प्रसार करने वाली है। असी बहुत सारिया थावां ते देखते हैं कि औरत नूं जिहड़ा बहुत माड़ा रुतबा उन्हां दा हैगा, वो रुतबे नूं चुक्कण दी लोड़ हैगी आ। वो चुक्किया इवें नहीं जा सकता केवल नारेबाजी नाल नहीं, उन्हां नूं हर खेतर दे विच बराबर दे मौके मिलने चाहिए, बराबरता मिलनी चाहिए है जी। खास करके इस खिते दे विच तां जिहड़ी गुरबाणी दा मामला हैगा, बाबे नानक दा मामला हैगा। बाबे नानक ने जिन्नी मेरा ख्याल औरतां नूं उस दौर दे विच अज तो 550 साल पहलां जो मानता दित्ती सीगी, होर बहुत सारियां थावां दे उपर घट मिली है। इहदे नाल भी साडे इस खिते दे विच उस किस्म दे नहीं हैगे। पर एक बदकिस्मती है, मतलब साडे कोल फतेहगढ़ साहब जिला है, ਜਦੋਂ ਅਸੀਂ ਇਹ ਲੜਕੇ ਲੜਕੀ ਦੀ ਗੱਲ ਕਰਦੇ ਹਾਂ ਤਾਂ ਉਹ ਦੇ ਵਿੱਚ ਮੇਰਾ ਖਿਆਲ ਅਨੁਪਾਤ ਜਿਹੜਾ ਉਹ ਮਾੜਾ ਹੈ, ਮਤਲਬ ਬਾਕੀ ਜ਼ਿਲ੍ਹਿਆਂ ਦੇ ਮੁਕਾਬਲੇ। ਜਿੱਥੇ ਮਤਲਬ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਮਾਤਾ ਗੁਜਰੀ ਨੂੰ ਕੁਰਬਾਨੀ ਦੇਣੀ ਪਈ, ਜਿੱਥੇ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰੇ ਨੇ। ਸਿੱਖੀ ਦੇ ਵਿੱਚ ਇਹ ਬਰਾਬਰਤਾ ਦੀ ਗੱਲ ਹੈਗੀ ਹੈ, ਪਰ ਫਿਰ ਵੀ ਉਹ ਜ਼ਿਲ੍ਹੇ ਦੇ ਵਿੱਚ ਹਾਲਤ ਇਹ ਹੈਗੀ ਹੈ। ਗੱਲ ਜਿਹੜੀਆਂ ਅਸੀਂ ਕਰਦੇ ਹਾਂ, ਜਿਹੜੇ ਸਾਡੇ ਆਗੂ ਲੋਕ ਵੀ ਕਰਦੇ ਆ, ਉਹਨਾਂ ਨੂੰ ਜਿੰਨਾ ਚਿਰ ਪ੍ਰੈਕਟੀਕਲ ਸ਼ੇਪ ਨਹੀਂ ਦਿੱਤੀ ਜਾਂਦੀ ਉਹਨਾਂ ਚਿਰ ਇਹਦਾ ਗੱਲਾਂ ਦਾ ਕਰਨ ਦਾ ਬੜਾ ਫਾਇਦਾ ਨਹੀਂ ਰਹਿੰਦਾ।
ਇਸ ਕਰਕੇ ਇਹਨਾਂ ਨੂੰ ਸਾਨੂੰ ਆਪਣੇ ਘਰ ਤੋਂ ਸ਼ੁਰੂ ਕਰਨਾ ਚਾਹੀਦਾ, ਅੱਗੇ ਇਹਦਾ ਪਸਾਰ ਕਰਨਾ ਚਾਹੀਦਾ। ਜਿਹੜੇ ਸਾਡੇ ਲੀਡਰ ਉਹਨਾਂ ਨੂੰ ਵੀ ਚਾਹੀਦਾ। ਹੁਣ ਕਿਸਾਨੀ ਦੇ ਵਿੱਚ, ਖੇਤੀਬਾੜੀ ਦੇ ਵਿੱਚ ਔਰਤਾਂ ਬਹੁਤ ਸਾਰੇ ਥਾਵਾਂ ਦੇ ਉੱਪਰ ਕੰਮ ਕਰਨ ਲੱਗ ਗਈਆਂ, ਖੇਤੀ ਦਾ ਕੰਮ ਕਰਦੀਆਂ, ਪਰ ਲੇਬਰ ਦੇ ਰੂਪ ਦੇ ਵਿੱਚ ਲੇਬਰ ਦੇ ਵਿੱਚ ਉਹਨਾਂ ਨੂੰ, ਜਿਵੇਂ ਨੇਹਾ ਜੀ ਨੇ ਕਿਹਾ, ਕਿਰਤ ਦੇ ਜਿਹੜਾ ਉਹਨਾਂ ਨੂੰ ਘੱਟ ਪੈਸਾ ਮਿਹਨਤਾਂ ਨਾਲ ਮਿਲਦਾ। ਇਹ ਗੱਲ ਜਿਹੜੀ ਹੈ ਦੂਰ ਹੋਣੀ ਚਾਹੀਦੀ ਹੈ। ਇਵੇਂ ਹੀ ਹੋਰ ਥਾਵਾਂ ਦੇ ਉੱਪਰ ਬਹੁਤ ਸਾਰੇ ਵਿਤਕਰੇ ਨੇ। ਜੇ ਅਸੀਂ ਰੇਪ ਦੇ ਮਾਮਲੇ ਦੇਖਣ ਲੱਗ ਜਾਂਗੇ, ਛੇੜਛਾੜ ਦੇ ਮਾਮਲੇ ਦੇਖਣ ਲੱਗ ਜਾਂਗੇ, ਤਾਂ ਬਹੁਤ ਘਿਨਾਉਣੀ ਤਸਵੀਰ ਸਾਡੇ ਦੇਸ਼ ਦੀ ਬਣਦੀ ਹੈ। ਜੇ ਇਹਨੂੰ ਬਦਲਣ ਦੀ ਲੋੜ ਹੈਗੀ ਆ ਵੀ ਇਹਦੇ ਕੀ ਕਾਰਨ ਨੇ, ਉਹਨਾਂ ਦੀਆਂ ਡੂੰਘਾਈਆਂ ਦੇ ਵਿੱਚ ਜਾ ਕੇ ਜਿਹੜਾ ਕਿ ਸਰਕਾਰਾਂ ਦੇ ਨਾਲ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਨੇ, ਸਮੁੱਚੇ ਸਮਾਜ ਦਾ ਇਹ ਕੰਮ ਹੈਗਾ। ਪਰ ਅਸੀਂ ਆਪਣੇ ਵਿਸ਼ੇ ਵੱਲ ਆਈਏ ਤਾਂ ਉਹਦੇ ਵਿੱਚ ਜੋ ਅੱਜ ਕਿਸਾਨਾਂ ਨੇ ਕੀਤਾ ਹੈ, ਜੋ ਕਿਸਾਨ ਮਹਿਲਾ ਦਿਵਸ ਮਨਾਇਆ ਗਿਆ, ਇਹ ਬਹੁਤ ਵੱਡੀ ਗੱਲ ਹੈਗੀ ਹੈ ਤੇ ਇਸ ਕਿਸਾਨ ਅੰਦੋਲਨ ਦੀ ਲੋੜ ਵੀ ਸੀਗੀ। ਇਸ ਕਿਸਾਨ ਅੰਦੋਲਨ ਦੇ ਵਿੱਚ ਜਿਵੇਂ ਔਰਤਾਂ ਦੀ ਸ਼ਮੂਲੀਅਤ ਲਗਾਤਾਰ ਵੱਧ ਰਹੀ ਹੈ, ਮਤਲਬ ਕੜਾਕੇ ਦੀ ਸਰਦੀ ਦੇ ਵਿੱਚ ਮਤਲਬ ਔਰਤਾਂ ਆਪਣੇ 6-6 ਮਹੀਨਿਆਂ ਦੇ ਬੱਚਿਆਂ ਨਾਲ, 4-4 ਮਹੀਨਿਆਂ ਦੇ ਬੱਚਿਆਂ ਨਾਲ ਉੱਥੇ ਬਾਰਡਰ ਤੇ ਬੈਠੀਆਂ ਨੇ, ਇੱਥੇ ਧਰਨਿਆਂ ਤੇ ਬੈਠਦੀਆਂ ਨੇ। ਮਤਲਬ ਇਹ ਉਹਨਾਂ ਦੀ ਕੁਰਬਾਨੀ ਹੈ। ਬੱਚੇ ਨੂੰ ਸਭ ਤੋਂ ਠੰਡ ਲੱਗਣ ਦਾ ਡਰ ਰਹਿੰਦਾ। ਮਤਲਬ ਇਹ ਸਾਰਾ ਇਹ ਦੇਖੋ ਵੀ 120 ਦੇ ਕਰੀਬ ਕਿਸਾਨ ਜਿਹੜੇ ਕੁਰਬਾਨੀਆਂ ਕਰਕੇ, ਕਿੰਨੀਆਂ ਮਾਵਾਂ ਭੈਣਾਂ ਧੀਆਂ ਨੇ ਆਪਣੇ ਸੁਹਾਗ ਲਟਾਏ। ਮਤਲਬ ਇਹ ਸਾਰੇ ਕਾਸੇ ਨੂੰ ਜਦੋਂ ਅਸੀਂ ਦੇਖਾਂਗੇ ਤਾਂ ਉਹਨਾਂ 120 ਔਰਤਾਂ ਦੀਆਂ ਕਿੰਨੀਆਂ ਦਿੱਕਤਾਂ ਵਧਣਗੀਆਂ। ਇਹ ਸਾਰੇ ਨੂੰ ਸਮੁੱਚਤਾ ਦੇ ਵਿੱਚ ਦੇਖਣ ਦੀ ਲੋੜ ਹੁੰਦੀ ਹੈ ਤੇ ਕਿਸਾਨਾਂ ਨੇ ਜਿਹੜਾ ਇਹ ਸਹੀ ਫੈਸਲਾ ਹੋਇਆ, ਚੰਗੀ ਗੱਲ ਹੋਈ ਆ ਤੇ ਇਹਨੂੰ ਅੱਗੇ ਇਹ ਕਦਮ ਵੱਧਦੇ ਜਾਣੇ ਚਾਹੀਦੇ ਹੈ। ਔਰਤਾਂ ਦੀ ਸ਼ਮੂਲੀਅਤ ਹੋਰ ਵੱਧਦੀ ਜਾਣੀ ਚਾਹੀਦੀ ਹੈ। ਇਹ ਬਰਾਬਰਤਾ ਦੇ ਨੇੜੇ ਤੇੜੇ ਜਾਣੀ ਚਾਹੀਦੀ ਹੈ, ਭਾਵੇਂ ਕਿ ਪੋਸੀਬਲ ਨਹੀਂ ਹੁੰਦਾ, ਕਿਉਂਕਿ ਘਰ ਦਾ ਕੰਮ ਕਾਜ ਵੀ ਚਲਾਉਣਾ, ਬੱਚਿਆਂ ਨੂੰ ਸਕੂਲ ਵੀ ਭੇਜਣਾ, ਹੋਰ ਸਮਾਜ ਦੇ ਵਿੱਚ 36 ਤਰ੍ਹਾਂ ਦੇ ਕੰਮ ਧੰਦੇ ਨੇ, ਪਰ ਫਿਰ ਵੀ ਇਹ ਗਿਣਤੀ ਜਿਹੜੀ ਵਧਣੀ ਚਾਹੀਦੀ ਹੈ ਤੇ ਜਿਹੜੀ ਲੀਡਰਸ਼ਿਪ ਆ ਉਹਦੇ ਵਿੱਚ ਵੀ ਔਰਤਾਂ ਜਿਹੜੀਆਂ ਆਉਣੀਆਂ ਚਾਹੀਦੀਆਂ। ਇਹੀ ਇਸ ਮੋਰਚੇ ਦੀ ਜਿਹੜੀ ਜ਼ਿਆਦਾ ਸਫਲਤਾ ਦੀ ਕੁੰਜੀ ਹੋਏਗਾ। ਜਿੰਨੀਆਂ ਔਰਤਾਂ ਵੱਧ ਇਹਦੇ ਸ਼ਾਮਲ ਹੋਣਗੀਆਂ, ਉਹਦੇ ਨਾਲ ਇਹ ਮੋਰਚਾ ਜਿਹੜਾ ਜ਼ਿਆਦਾ ਪ੍ਰਾਪਤੀ ਕਰੇਗਾ। ਜਿਵੇਂ ਅਸੀਂ ਗੁਰਮਤਿ ਦੇ ਫਲਸਫੇ ਦੀ ਗੱਲ ਕਰੀਏ ਤਾਂ ਸਾਨੂੰ ਉੱਥੇ ਵੇਖਣ ਨੂੰ ਮਿਲ ਰਿਹਾ, ਚਾਹੇ ਉਹ ਸੇਵਾ ਹੋਵੇ, ਲੰਗਰ ਹੋਵੇ, ਪੰਗਤ ਹੋਵੇ, ਉਹ ਜਿਹੜੇ ਗੁਰਮਤਿ ਦੇ ਜਿੰਨੇ ਵੀ ਫਲਸਫੇ ਆ ਉਹ ਵੇਖਣ ਨੂੰ ਮਿਲ ਰਹੇ ਆ। ਐਵੇਂ ਕਿ ਗੁਰਮਤਿ ਦਾ ਅਹਿਮ ਜਿਹੜਾ ਫਲਸਫਾ ਹੈ, ਸੋ ਕਿਉ ਮੰਦਾ ਆਖੀਏ ਜਿਤ ਜਮੈ ਰਜਾਨ, ਔਰਤ ਨੂੰ ਬਰਾਬਰਤਾ ਦਾ ਜਿਹੜੀ ਮੁੱਖ ਫਲਸਫਾ ਗੁਰਮਤਿ ਦੇ ਵਿੱਚ ਦਿੱਤਾ ਗਿਆ ਸੀ, ਉਹ ਵੀ ਅੱਜ ਅਸੀਂ ਕਹਿ ਸਕਦੇ ਹਾਂ ਸਾਨੂੰ ਵਿਵਹਾਰਿਕ ਰੂਪ ਦੇ ਵਿੱਚ, ਪ੍ਰੈਕਟੀਕਲ ਦੇ ਰੂਪ ਵਿੱਚ ਸਾਨੂੰ ਵੇਖਣ ਨੂੰ ਮਿਲ ਰਿਹਾ ਹੈ। ਜੰਮੂ ਜੀ ਅਤੇ ਨੇਹਾ ਜੀ, ਮੈਂ ਤੁਹਾਡੇ ਕੋਲੋਂ ਇੱਕ ਸਵਾਲ ਇਹ ਪੁੱਛਣਾ ਚਾਹੁੰਦਾ ਹਾਂ। ਜਿਵੇਂ ਅੱਜ ਜੰਮੂ ਜੀ ਤੁਸੀਂ ਜਿਵੇਂ ਕਿਹਾ ਵੀ ਮੌਕਾ ਨਹੀਂ ਮਿਲਦਾ ਔਰਤਾਂ ਨੂੰ, ਪਰ ਅੱਜ ਮੌਕਾ ਦਿੱਤਾ ਗਿਆ, ਕਿਸਾਨਾਂ ਵੱਲੋਂ ਪਹਿਲ ਕਦਮੀ ਕੀਤੀ ਗਈ ਹੈ, ਇੱਕ ਚੰਗੀ ਸੋਚ, ਇੱਕ ਉਸਾਰੂ ਸੋਚ ਦਾ ਸਬੂਤ ਦਿੱਤਾ ਗਿਆ ਕਿਸਾਨ ਜਥੇਬੰਦੀਆਂ ਦੇ ਮੁਖੀਆਂ ਵੱਲੋਂ। ਮੈਂ ਤੁਹਾਡੇ ਕੋਲੋਂ ਇਹ ਪੁੱਛ ਰਿਹਾ ਕਿ ਜਿਵੇਂ ਸਟੇਜ ਸੰਚਾਲਨ ਕਰਦਿਆਂ ਹੋਇਆਂ, ਇੱਕ ਜੇ ਅਸੀਂ ਦੇਖੀਏ ਜਦੋਂ ਸਟੇਜ ਦੇ ਉੱਪਰ ਜਿਹੜੀਆਂ ਉਹਨਾਂ ਦੇ ਗੱਲਬਾਤ ਦਾ ਤਰੀਕਾ, ਉਹਨਾਂ ਦੀਆਂ ਜਿਹੜੀਆਂ ਦਲੀਲਾਂ, ਉਹ ਬਹੁਤ ਪ੍ਰਭਾਵਸ਼ਾਲੀ ਰਹੀਆਂ। ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਉਹਨਾਂ ਨੂੰ ਅੱਜ ਮੌਕਾ ਮਿਲਿਆ, ਲੱਗਦਾ ਕਿ ਜੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਾਂ ਭਾਰਤੀ ਰਾਜਨੀਤੀ ਵਿੱਚ ਉਹਨਾਂ ਨੂੰ ਮੌਕਾ ਮਿਲੇ ਤਾਂ ਇੱਕ ਵਧੀਆ ਕਦਮ ਹੋਵੇਗਾ। ਬਿਲਕੁਲ, ਜਿੰਨੇ ਵੀ ਤਜਰਬੇ ਹੋਏ ਆ, ਮੇਰਾ ਖਿਆਲ ਔਰਤਾਂ ਕਿਸੇ ਖੇਤਰ ਦੇ ਵਿੱਚ ਵੀ ਉਹਨਾਂ ਦੀ ਪਰਫਾਰਮੈਂਸ ਮਾੜੀ ਨਹੀਂ ਰਹੀ, ਵਧੀਆ ਪ੍ਰਦਰਸ਼ਨ ਕੀਤਾ। ਜੋ ਰਾਜਨੀਤੀ 'ਚ ਆਈਆਂ ਉੱਥੇ ਵੀ ਉਹਨਾਂ ਕੀਤਾ। ਜੇ ਐਜੂਕੇਸ਼ਨ ਦੇ ਵਿੱਚ ਐਜ ਏ ਟੀਚਰ ਵੀ ਉਹਨਾਂ ਨੇ ਵਧੀਆ ਭੂਮਿਕਾ ਨਿਭਾਈ ਹੈ। ਇਸ ਦੇਸ਼ ਦੇ ਵਿੱਚ ਤਾਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਵੀ ਰਹੀ ਹੈ, ਮਤਲਬ ਉਹਦੇ ਮੁਕਾਬਲੇ ਕਿੰਨੇ ਕੁ ਪ੍ਰਧਾਨ ਮੰਤਰੀ ਜਾਂ ਪਹਿਲਾਂ ਜਾਂ ਬਾਅਦ ਦੇ ਵਿੱਚ ਹੋਏ ਆ। ਮਤਲਬ ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਔਰਤਾਂ ਨੂੰ ਅੱਗੇ ਆਉਣ ਦੇ ਮੌਕੇ ਮਿਲੇ, ਉਹਨਾਂ ਨੇ ਚੰਗੀ ਭੂਮਿਕਾ ਨਿਭਾਈ ਹੈ। ਇਹ ਨਹੀਂ ਮਤਲਬ ਮਾੜੀ ਵਾਲੀਆਂ ਵੀ ਆ ਜਾਂਦੀਆਂ, ਚੰਦਾ ਕੋਸ਼ੜ ਵਰਗੀ ਵੀ ਆ ਜਾਂਦੀ ਹੈ, ਜਿਹੜੀ ਕਰਪਸ਼ਨ ਦੇ ਮਾਮਲਿਆਂ 'ਚ ਜਾਂ ਕਿਸੇ ਹੋਰ ਵੀ ਆ ਸਕਦੇ ਮਾਮਲੇ ਹੋ ਜੇ, ਪਰ ਬਾਈ ਐਂਡ ਲਾਰਜ ਜਿੱਥੇ ਵੀ ਔਰਤਾਂ ਨੂੰ ਮੌਕੇ ਮਿਲੇ, ਉਹਨਾਂ ਨੇ ਚੰਗੀ ਤਰ੍ਹਾਂ ਲੀਡ ਕਰਨ ਦੀ ਕੋਸ਼ਿਸ਼ ਕੀਤੀ ਹੈ। ਵਧੀਆ, ਮਤਲਬ ਉਹਨਾਂ ਨੇ, ਮੇਰੇ ਆਪਣੇ ਘਰ ਦੇ ਵਿੱਚ ਐਗਜ਼ਾਮਪਲਾਂ ਹੈਗੀਆਂ ਨੇ। ਸਾਡੀ ਇੱਕ ਰਿਸ਼ਤੇ ਕੁੜੀ ਅੱਜ ਕੱਲ੍ਹ ਅਮਰੀਕਾ ਪੜ੍ਹਦੀ ਹੈ, ਉਹ ਮਤਲਬ ਸਾਇੰਸ ਦੀ, ਫਿਜ਼ਿਕਸ ਦੀ ਸਟੂਡੈਂਟ ਹੈ, ਪਰ ਉਹਨੂੰ ਅਸੀਂ ਕਦੇ ਦੇਖਦੇ ਹੁੰਦੇ ਹਾਂ ਵੀ ਦੁਨੀਆ ਦੇ ਬਾਰੇ ਜੇ ਕਦੇ ਗੱਲ ਕੀਤੀ ਜਾਵੇ, ਉਹਦੇ ਨਾਲ ਤੁਸੀਂ ਪੋਲੀਟਿਕਸ ਦੇ ਮਾਮਲੇ ਤੇ ਕਿਤੇ ਬਾਰੇ ਗੱਲ ਕਰ ਲਓ, ਕਿਸੇ ਦੇਸ਼ ਬਾਰੇ ਪੁੱਛ ਲਓ ਵੀ ਉੱਥੇ ਕੀ ਪ੍ਰੋਬਲਮ, ਉਹ ਤਾਂ ਸਾਡੇ ਨਾਲੋਂ ਉਹਨੂੰ ਵੱਧ ਪਤਾ ਹੁੰਦਾ। ਤੋ ਇਸ ਕਰਕੇ ਔਰਤਾਂ ਨੂੰ ਜਿੱਥੇ ਮੌਕੇ ਮਿਲਦੇ ਆ ਉੱਥੇ ਉਹਨਾਂ ਨੇ ਚੰਗੇ ਨਤੀਜੇ ਕੱਢੇ ਆ, ਬਿਹਤਰ ਮਤਲਬ ਅਗਵਾਈ ਦਿੱਤੀ ਹੈ ਤੇ ਇਸ ਕਰਕੇ ਉਹਨਾਂ ਨੂੰ ਵੀ ਬਰਾਬਰ ਦੇ ਮੌਕੇ ਦੇਣ ਦੀ ਲੋੜ ਹੈ। ਉਹਨਾਂ ਨੂੰ ਹਰ ਖੇਤਰ ਦੇ ਵਿੱਚ ਬਰਾਬਰ ਦੇ ਮੌਕੇ ਮਿਲਣੇ ਚਾਹੀਦੇ। ਪਰ ਅਸੀਂ ਸਿੱਖਿਆ ਦੇ ਵਿੱਚ ਦੇਖਦੇ ਹਾਂ, ਸਿੱਖਿਆ ਦੇ ਵਿੱਚ ਮਤਲਬ ਜਦੋਂ ਰਿਜ਼ਲਟ ਆਉਂਦੇ 9ਵੀਂ 10ਵੀਂ 12ਵੀਂ ਦੇ,
ਉਹਦੇ ਵਿੱਚ ਹਾਂ ਬਿਹਤਰ ਰਹਿੰਦਾ ਜੀ ਤੇ ਪਹਿਲੇ ਸਥਾਨਾਂ ਤੇ ਜ਼ਿਆਦਾ ਲੜਕੀਆਂ ਵੱਲ ਖੇਡਾਂ ਦੇ ਮਾਮਲੇ ਦੇ ਵਿੱਚ ਵੀ ਕਿਸੇ ਖੇਤਰ ਦੇ ਵਿੱਚ ਔਰਤਾਂ ਪਿੱਛੇ ਨਹੀਂ ਗਈਆਂ ਜੀ। ਕਿਤੇ ਜ਼ਮਾਨਾ ਸੀਗਾ ਕਿਹਾ ਜਾਂਦਾ ਵੀ ਇਹ ਜਿਹੜੀਆਂ ਦਿੱਡੀਆਂ ਦੇਵੀਆਂ ਨੇ ਇਹ ਕਦੇ ਸਮਾਜ ਦੀਆਂ ਲੀਡਰ ਹੁੰਦੀਆਂ ਸੀਗੀਆਂ ਜੀ, ਜਿਨ੍ਹਾਂ ਨੂੰ ਅੱਜ ਮਤਲਬ ਅਸੀਂ ਪੂਜਦੇ ਹਾਂ। ਇਹ ਕਦੇ ਸਮਾਜ ਜਿਹੜਾ ਮੁੱਢਲਾ ਸਮਾਜ ਆ ਉਹਦੇ ਵਿੱਚ ਔਰਤਾਂ ਆਗੂ ਹੁੰਦੀਆਂ ਸੀਗੀਆਂ ਜੀ। ਹੌਲੀ ਹੌਲੀ ਕੰਮ ਬਦਲਦਾ ਗਿਆ, ਇਹਨਾਂ ਦੀ ਬੰਦੇ ਦੀ ਡੋਮੀਨੇਸ਼ਨ ਵੱਧਦੀ ਗਈ, ਔਰਤਾਂ ਦੀ ਘਟਦੀ ਗਈ। ਇਹ ਜਿਹੜਾ ਇੰਬੈਲੈਂਸ ਹੋਇਆ ਇਹਨੂੰ ਬੈਲੈਂਸ ਦੁਬਾਰਾ ਬਣਾਉਣ ਦੀ ਲੋੜ ਹੈ, ਸੰਤੁਲਨ ਜਿਹੜਾ ਦੁਬਾਰਾ ਕਾਇਮ ਕਰਨ ਦੀ ਲੋੜ ਹੈ ਤੇ ਕਿਸਾਨਾਂ ਨੇ ਅੱਜ ਕੀਤਾ ਤੇ ਇਸ ਲਈ ਉਹਨਾਂ ਨੂੰ ਸ਼ਾਬਾਸ਼ ਹੈ। ਅੱਗੇ ਵੀ ਅਸੀਂ ਚਾਹਾਂਗੇ ਕਿ ਉਹ ਇਸ ਮਾਮਲੇ ਨੂੰ ਇੱਥੇ ਹੀ ਨਾ ਛੱਡ ਦੇਣ, ਇੱਕ ਦਿਨ ਤੱਕ ਨਾ ਕਰਨ, ਲੰਮਾ ਵਧਾਉਣ, ਲੰਮੀ ਸ਼ਮੂਲੀਅਤ ਜਿਹੜੀ ਹੈ ਵੱਡੀ ਸ਼ਮੂਲੀਅਤ ਹੋਰ ਕਰਨ, ਤਾਂ ही उन्होंने सफलता जी वो ज़्यादा नेड़े होएगी। जी, जब मुझे एक बात यहाँ पर जोड़ना चाहूँगी क्योंकि हरकिरत आज हमने देखा कि मंच पर महिला नेताओं जो थी उनकी कोई कमी नहीं थी और आपने जैसा कहा कि प्रभावशाली जो भाषण है उनका रहा कि वो जो भी बात कह रही थी वो समझ में भी आ रही थी और वो काफ़ी मजबूत भी लग रही थी कि उनकी जो विचार है, उनकी जो बातें हैं वो बिल्कुल में सही हैं और बहुत ही दूर की सोच दर्शाती हैं। तो विचार बहुत ही मजबूत है इन महिला नेताओं के। तो मुझे ये लग रहा है हरकिरत के इस मंच से कई महिला जो नेता है उनको वो आगे बढ़ने की वो जो रास्ता है वो मंजिल शायद मिलेगी। और मुझे उम्मीद ये अब ये होने लगी है इस मंच से कि ये जो 40 प्रतिनिधि केंद्र के मंत्री के साथ बातचीत करने जाते हैं तो शायद आने वाले दिनों में जब इस तरह से कोई बातचीत होगी, बड़े लेवल पे डिसीजन लेने की बात होगी, फैसले लेने की बात होगी, तो यहाँ से निकले 2-3 महिला नेताओं के चेहरे शायद मैं उस तस्वीर की कल्पना मैं कर पा रही हूँ कि ये कुछ महिलाएं वहाँ पर भी शामिल होंगी और तब देखने वाली बात होगी कि ये कितना सफल है। जी जम्मू जी ਜਾਂਦੇ ਜਾਂਦੇ ਇੱਕ ਆਪਾਂ ਤੁਹਾਡੇ ਕੋਲੋਂ ਸਵਾਲ ਲੈਂਦੇ ਆ ਜੀ। ਨੇਹਾ ਜੀ ਤੁਸੀਂ ਵੀ ਆਪਣਾ ਪੱਖ ਰੱਖ ਸਕਦੇ ਆ ਕਿ ਜਿਹੜਾ ਅੱਜ ਦਾ ਕਿਸਾਨ ਮਹਿਲਾ ਕਿਸਾਨ ਦਿਵਸ ਜਿਹੜਾ ਮਨਾਇਆ ਗਿਆ ਉਹ ਕਿੰਨਾ ਕੁ ਸਫਲ ਰਿਹਾ? मेरा तो ख्याल पूरी तरह ही सफल है। मैं तो एक नहीं अनेकों रिपोर्टां देखिया ने, पंजाब के ਵੱਖ-ਵੱਖ ਜ਼ਿਲ੍ਹਿਆਂ ਤੋਂ ਆਈਆਂ ਰਿਪੋਰਟਾਂ ਦੇਖੀਆਂ। ਬਕਾਇਦਾ ਔਰਤਾਂ ਨੇ ਮਤਲਬ ਜਿਹੜਾ ਬਰਨਾਲਾ ਹੈ ਉਹਦੇ ਵਿੱਚ ਇੱਕ ਵੱਡਾ ਇਕੱਠ ਕੀਤਾ। ਉਹਨੂੰ ਪੁੱਛਿਆ ਗਿਆ ਕਿਉਂ ਕੀਤਾ, ਉਹ ਕਹਿੰਦੇ ਵੀ ਇੱਥੇ ਬੀਜੇਪੀ ਦੇ ਨੇਤਾ ਜਿਹੜੇ ਹਰਜੀਤ ਗਰੇਵਾਲ ਨੇ ਤੇ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਤੁਹਾਡੇ ਜਿਹੜੀ ਹੈ ਨਾ ਜੋ ਤੁਸੀਂ ਸਟੈਂਡ ਲਿਆ, ਜੋ ਤੁਸੀਂ ਕਰ ਰਹੇ ਹੋ, ਤੁਹਾਡੀ ਕੋਈ ਬੜੀ ਪੁੱਛ ਪ੍ਰਤੀਤ ਨਹੀਂ ਹੈਗੀ। ਅਸੀਂ ਇਹ ਅੰਦੋਲਨ ਕਰਕੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵੀ ਬੰਦੇ ਕੀ ਕਿਸਾਨ ਔਰਤਾਂ ਵੀ ਤੁਹਾਡੇ ਖਿਲਾਫ ਹੋ ਚੁੱਕੀਆਂ ਨੇ। ਤੇ ਮੈਨੂੰ ਲੱਗਦਾ ਕਿ ਜੇ ਅੰਮ੍ਰਿਤਸਰ ਦੀ ਵੀ ਰਹੀ ਹੈ, ਜਲੰਧਰ ਦੀ ਕਿਸੇ ਥਾਂ ਦੀ ਵੀ ਕੋਈ ਗੱਲ ਕਰੀ ਜਾਵੇ ਜਾਂ ਹਰਿਆਣੇ ਦੀ ਕੀਤੀ ਜਾਵੇ ਜਾਂ ਕਿਸੇ ਪਾਸੇ ਦੀ ਕੀਤੀ ਜਾਵੇ, ਦੇਸ਼ ਦੀਆਂ ਬਾਕੀ ਅਸੀਂ ਰਿਪੋਰਟਾਂ ਨਹੀਂ ਸਾਡੇ ਕੋਲ ਉਸ ਤਰੀਕੇ ਦੀਆਂ ਹੈਗੀਆਂ, ਪਰ ਮੈਨੂੰ ਲੱਗਦਾ ਕਿ ਹਰ ਥਾਂ ਦੇ ਉੱਪਰ ਔਰਤਾਂ ਨੇ ਅੱਜ ਵੱਧ ਚੜ੍ਹ ਕੇ ਪਾਰਟਿਸਿਪੇਸ਼ਨ ਕੀਤੀ ਹੈ, ਹਿੱਸੇਦਾਰੀ ਲਈ ਹੈ ਤੇ ਉਹਨਾਂ ਨੇ ਇੱਕ ਜਿਹੜਾ ਬਿਹਤਰ ਜਿਹੜਾ ਪ੍ਰਦਰਸ਼ਨ ਕੀਤਾ। ਅੱਜ ਉਹਨਾਂ ਨੇ ਵੀ ਦੱਸਿਆ ਕਿ ਉਹ ਖੇਤੀ ਕਾਨੂੰਨਾਂ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦੀਆਂ ਨੇ। ਉਹਨਾਂ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਵੀ ਉਹਨਾਂ ਦੀ ਹਾਲਤ ਹੇਮਾ ਮਾਲਿਨੀ ਵਾਲੀ ਨਹੀਂ ਹੈਗੀ ਜਿਹੜਾ ਉਹਨਾਂ ਨੇ ਕਹਿਤਾ, ਮਤਲਬ ਵੀ ਇਹ ਖੇਤੀ ਕਾਨੂੰਨ ਜਿਹੜੇ ਆ ਇਹਨੇ ਲੋਕ ਵਰਗਲਾ ਕੇ ਲਿਆਂਦੇ ਗਏ, ਪਤਾ ਨਹੀਂ ਕਿਵੇਂ ਆਏ। ਔਰਤਾਂ ਨੇ ਦੱਸਿਆ ਕਿ ਸਾਨੂੰ ਖੇਤੀ ਕਾਨੂੰਨਾਂ ਦਾ ਪਤਾ ਹੈ, ਇਹਨਾਂ ਦੀ ਹਿਸਟਰੀ ਕੀ, ਬੈਕਗਰਾਉਂਡ ਕੀ ਆ, ਉਹਨਾਂ ਸਾਰੀ ਅੱਜ ਐਕਸਪੋਜ਼ ਕੀਤੀ ਉੱਥੇ। ਤੇ ਅਸੀਂ ਜਾਣਦੇ ਕਿ ਸਾਡੀਆਂ ਜ਼ਮੀਨਾਂ ਦੇ ਖੋਹਣ ਦਾ ਇੱਕ ਵੱਡਾ ਹਮਲਾ ਹੋਇਆ ਜਿਹਨੂੰ ਅਸੀਂ ਰਜਿਸਟ ਕਰਨਾ, ਜਿਹਦਾ ਵਿਰੋਧ ਕਰਨਾ, ਤਾਂ ਅਸੀਂ ਵਿਰੋਧ ਕਰਨ ਲਈ ਇੱਥੇ ਆਪਣੇ ਭਰਾਵਾਂ ਦੇ ਨਾਲ, ਆਪਣੇ ਪਿਓਾਂ ਦੇ ਨਾਲ, ਦੋਸਤਾਂ ਨਾਲ ਮੋਢਾ ਢਾ ਕੇ ਜਿਹੜਾ ਇਸ ਮੈਦਾਨ ਦੇ ਵਿੱਚ ਕੁੱਦੀਆਂ ਤੇ ਇਹਦੀ ਸਫਲਤਾ ਲਈ ਅਸੀਂ ਜਿੰਨਾ ਵੀ ਸਾਡੇ ਕੋਲੋਂ ਹੋ ਸਕਿਆ ਅਸੀਂ ਕਰਾਂਗੇ। जी बिल्कुल हरकिरत, मैं भी यही कहना चाहूँगी कि सफल है ये पूरा और महिलाओं को इन्होंने देर से सही जो मंच दिया है वो फिर से साबित करता है कि मंच दोबारा मिले तो जो महिला नेताएं हैं वो अपने आप को साबित करने में कोई कमी नहीं रखेंगी। और आज जो हुआ है इसका असर आप अगले कुछ महीनों में और भी देख पाएंगे कि महिलाएं ये चीज़ जल्दी भूलने वाली नहीं है कि उन्हें एक बार मौका मिला था और उन्हें और ज़्यादा मेहनत करनी है और ज़्यादा परिश्रम करना है और अपने जो कॉन्ट्रीब्यूशन, अपना जो योगदान देना है देश के विकास में या फिर खेती बाड़ी के विकास में या फिर आसपास की जो विकास संबंधी जो फैसले होंगे उसमें वो बढ़ चढ़ कर हिस्सा लेंगी और समय समय पर इसकी तस्वीरें हम देखेंगे खबरों के दौरान। जी ਜਿਵੇਂ ਅਸੀਂ ਕਹਿ ਸਕਦੇ ਹਾਂ ਇੱਕ ਨਰੋਏ ਤੇ ਨਿੱਘਰ ਸਮਾਜ ਦੇ ਵਿੱਚ ਹਰ ਇੱਕ ਵਰਗ ਨੂੰ ਜਿਹੜੀ ਆ ਬਰਾਬਰਤਾ ਮਿਲਣੀ ਚਾਹੀਦੀ ਆ। ਅੱਜ ਅਸੀਂ ਇਹ ਜਿਹੜਾ ਰੂਪ ਹੈ ਵਿਵਹਾਰਿਕ ਤੌਰ ਤੇ ਵੇਖ ਸਕਦੇ ਹਾਂ। ਸਾਡਾ ਸਮਾਂ ਸਮਾਪਤ ਹੈ ਜੀ। ਖਿਮਾ ਦੇ ਜਾਚਕ ਹਾਂ ਜੀ। ਸਤਿ ਸ਼੍ਰੀ ਅਕਾਲ।